Don't quit. Do it. Hello, dear students. Very warm welcome in today's video lesson. हाँ जी, ਅੱਜ ਦਾ ਵੀਡੀਓ ਲੈਸਨ ਕਿਹੜੀ ਕਲਾਸ ਲਈ ਹੈ ਬਈ? ਕਲਾਸ 8th ਲਈ। ਲੈਸਨ ਨੰਬਰ ਕਿਹੜੇ ਤੇ ਬੇਸਡ ਆ? ਲੈਸਨ ਨੰਬਰ 5 ਤੇ ਬੇਸਡ ਆ, ਜੋ ਕਿ ਇੱਕ ਪੋਇਮ ਹੈ। ਕੀ ਆ ਉਹਦਾ ਨਾਮ? ਡੋਂਟ ਕੁਇਟ। ਅਗਰ ਉਹਨੂੰ ਧਿਆਨ ਨਾਲ ਦੇਖੋ ਤੇ ਫਿਰ ਅਗਰ ਨੋਟ ਤੇ ਉਹ ਕੱਟਦੀ ਐ ਅਸੀਂ ਤੇ ਫਿਰ ਉਹ ਬਣਦਾ ਡੂ ਇਟ, ਮਤਲਬ ਛੱਡੋ ਨਾ, ਕਰੋ। ਬਹੁਤ ਹੀ ਮੋਟੀਵੇਸ਼ਨਲ ਪੋਇਮ ਹੈ ਇਹ। ਅਤੇ ਅੱਜ ਆਪਾਂ ਉਹਦੀ ਐਕਟੀਵਿਟੀਜ਼ ਕਰਨ ਜਾ ਰਹੇ ਹਾਂ ਬੇਟਾ। ਐਕਟੀਵਿਟੀ 1, 2 ਐਂਡ 3। ਸੋ ਨੋਟ ਡਾਊਨ ਕਰਨੇ ਨਾਲ ਹੁੰਦੇ, ਠੀਕ ਹੈ। ਅਤੇ ਫਿਰ ਉਹਨੂੰ ਬਾਅਦ ਵਿੱਚ ਕਰਨਾ ਲਰਨ। ਵੀਡੀਓ ਨੂੰ ਧਿਆਨ ਨਾਲ ਦੇਖਣਾ, ਧਿਆਨ ਨਾਲ ਸੁਣਨਾ, ਠੀਕ ਹੈ। ਜੇ ਅਸੀਂ ਚੰਗੇ ਸਰੋਤੇ ਬਣਾਂਗੇ ਫਿਰ ਹੀ ਅਸੀਂ ਚੰਗੇ ਸਪੀਕਰ ਬਣ ਸਕਦੇ ਹਾਂ। ਸੋ ਕਰਦੇ ਹਾਂ ਆਪਾਂ ਸ਼ੁਰੂ ਬੇਟਾ। ਐਕਟੀਵਿਟੀ 1 ਆਲਰੇਡੀ ਕਰ ਚੁੱਕੇ ਹਾਂ ਜਦੋਂ ਮੈਂ ਪੋਇਮ ਕਰਾਈ ਆ। ਅਗਰ ਤੁਸੀਂ ਉੱਥੇ ਨੋਟ ਡਾਊਨ ਕੀਤਾ ਹੋਇਆ ਤੁਸੀਂ ਇੱਥੇ ਜਸਟ ਮੇਰੇ ਨਾਲ ਰਿਵਾਈਜ਼ ਕਰੋ। ਅਗਰ ਤੁਸੀਂ ਨਹੀਂ ਕੀਤੀ ਹੋਈ ਤਾਂ ਤੁਸੀਂ ਨੋਟ ਡਾਊਨ ਕਰੋ। ਓਕੇ। ਸੋ ਫਸਟ ਵਰਡ ਹੈ ਬੇਟਾ ਟਰਜ਼ਿੰਗ, ਜੋ ਕਿ ਇੱਕ ਵਰਬ ਹੈ। ਮਤਲਬ ਕੀ ਹੁੰਦਾ ਉਹਦਾ? ਜੇ ਪੰਜਾਬੀ 'ਚ ਮੀਨਿੰਗ ਲਿਖਣਾ ਸੀ, ਥਕਾਵਟ ਕਾਰਨ ਹੌਲੀ ਚੱਲਣਾ, ਠੀਕ ਆ। ਸੋ ਟਰਜ਼ਿੰਗ ਦੀ ਸਪੈਲਿੰਗ ਧਿਆਨ ਨਾਲ ਦੇਖ ਲਓ। TRUDGING, ਠੀਕ ਹੈ। ਨੈਕਸਟ ਵਰਡ ਹੈ ਕੇਅਰ। ਇਹ ਨਾਊਨ ਆ ਜਿਹਦਾ ਮਤਲਬ ਹੁੰਦਾ ਸੰਭਾਲ, ਦੇਖਭਾਲ ਜਾਂ, ਹੈ ਨਾ। ਓਕੇ। ਨੈਕਸਟ ਵਰਡ ਹੈ ਕੁਇਰ, ਜੋ ਕਿ ਐਡਜੈਕਟਿਵ ਆ ਜਿਹਦਾ ਮਤਲਬ ਹੁੰਦਾ ਅਜੀਬ ਜਾਂ ਵਚਿੱਤਰ। ਇਹਦੇ ਸਪੈਲਿੰਗ ਧਿਆਨ ਨਾਲ QUEER, ਅਤੇ ਆਰ ਬਹੁਤੇ ਥਾਵਾਂ 'ਤੇ ਸਾਈਲੈਂਟ ਹੈ ਅੱਜ ਕੱਲ੍ਹ, ਹੈ ਨਾ। ਓਕੇ। ਨੈਕਸਟ ਵਰਡ ਹੈ ਸਟਕ ਆਊਟ। ਇਹ ਵਰਬ ਆ। ਆਪਾਂ ਇਹਦਾ ਲਿਖਿਆ ਸੀ ਅਟਕਿਆ ਹੋਇਆ ਜਾਂ ਅਟਕਣਾ ਕਿਤੇ, ਹੈ ਨਾ। ਅਤੇ ਇੱਥੇ ਇਹਨਾਂ ਨੇ ਸ਼ੁਰੂਆਤ ਕਰਨੀ ਲਿਖਿਆ ਅਤੇ ਤੁਸੀਂ ਨਾਲ ਅਟਕਿਆ ਜਾਂ ਅਟਕਣਾ ਵੀ ਲਿਖ ਦੇਣਾ, ਅਟਕਿਆ ਹੋਇਆ, ਠੀਕ ਹੈ। ਓਕੇ। ਨੈਕਸਟ ਵਰਡ ਆ ਬਲੋ। ਬਲੋ ਨਾਊਨ ਆ ਜਿਹਦਾ ਮਤਲਬ ਹੈ ਧੱਕਾ, ਹਵਾ ਦਾ ਬੁੱਲਾ ਜਿਹਨੂੰ ਆਪਾਂ ਕਹਿੰਦੇ ਹਾਂ। ਫੇਂਟ ਐਂਡ ਫਲਟਰਿੰਗ, ਇਹ ਕੀ ਹੈ? ਇੱਕ ਐਡਜੈਕਟਿਵ ਹੈ ਜਿਹਦਾ ਮਤਲਬ ਬੇਹੋਸ਼ ਅਤੇ ਲੜਖੜਾਉਂਦਾ ਹੋਇਆ। ਸੋ ਚਲੋ ਨੈਕਸਟ ਸਲਾਈਡ ਦੇਖਦੇ ਹਾਂ। ਵਿਕਟਰ। ਵਿਕਟਰ ਵੀ ਨਾਊਨ ਆ ਜਿਹਦਾ ਮਤਲਬ ਹੁੰਦਾ ਜੇਤੂ। ਗੋਲਡਨ ਕਰਾਊਨ, ਇਹ ਵੀ ਨਾਊਨ ਆ, ਠੀਕ ਆ। ਗੋਲਡਨ ਸੁਨਹਿਰੀ, ਕਰਾਊਨ ਤਾਜ, ਤੋਂ ਫਿਰ ਮੀਨਿੰਗ ਬਣ ਗਿਆ ਸੁਨਹਿਰੀ ਤਾਜ। ਨੈਕਸਟ ਵਰਡ ਹੈ ਟਿੰਟ, TINT, ਨਾਊਨ ਆ। ਇਹਦਾ ਮਤਲਬ ਹੁੰਦਾ ਹਲਕੀ ਰੰਗਤ ਜਾਂ ਹਲਕਾ ਰੰਗ, ਠੀਕ ਆ। ਇੱਥੇ ਇਕੱਲਾ ਰੰਗਤ ਲਿਖਿਆ ਹੋਇਆ, ਤੁਸੀਂ ਹਲਕੀ ਰੰਗਤ ਵੀ ਲਿਖ ਸਕਦੇ ਹੋ ਨਾਲ। ਨੈਕਸਟ ਵਰਡ ਹੈ ਜੀ ਆਫਟਰ। ਇਹ ਕੀ ਆ? ਕੰਜੰਕਸ਼ਨ ਹੈ ਜਿਹਦਾ ਮਤਲਬ ਹੁੰਦਾ ਬਾਅਦ ਵਿੱਚ। ਬਿਫੋਰ ਦਾ ਮਤਲਬ ਕੀ ਹੁੰਦਾ? ਪਹਿਲਾਂ। ਓਕੇ। ਹਾਰਡੈਸਟ, ਇਹ ਐਡਜੈਕਟਿਵ ਆ। ਹਾਰਡ ਹੁੰਦਾ ਸਖਤ, ਹਾਰਡੈਸਟ ਬਹੁਤ ਸਖਤ, ਹੈ ਨਾ। ਸਟਿਕ ਵਰਬ ਆ। ਸਟਿਕ ਮੈਨੇ ਸਥਿਰ ਰਹਿਣਾ, ਕਿਸੇ ਇੱਕ ਜਗ੍ਹਾ 'ਤੇ ਅਟਕੇ ਰਹਿਣਾ। ਨੈਕਸਟ ਚੱਲਦੇ ਹਾਂ ਜੀ ਐਕਟੀਵਿਟੀ ਨੰਬਰ 2। ਕੀ ਕਹਿੰਦੇ ਆ ਕਰਨ ਨੂੰ ਇਹਦੇ ਵਿੱਚ? ਮੇਕ ਅ ਲਿਸਟ ਆਫ 5 ਪੇਅਰਸ ਆਫ ਰਾਈਮਿੰਗ ਵਰਡਸ ਇਨ ਦਾ ਪੋਇਮ। ਪੋਇਮ ਦੇ ਵਿੱਚੋਂ ਤੁਸੀਂ 5 ਜੋੜੇ ਬਣਾਉਣੇ ਨੇ। ਕਾਹਦੇ? ਰਾਈਮਿੰਗ ਵਰਡਸ 'ਤੇ। ਮੈਂ ਤੁਹਾਡੇ ਲਈ ਇੱਥੇ ਕਿੰਨੇ ਬਣਾਏ? 2, 4, 6, 8 ਬਣਾ ਤੇ। 5 ਬਣਾਉਣੇ ਸੀ ਨਾ। ਸੋ ਦੇਖੋ ਹੁਣ ਹਿਲ ਵਿਲ ਇੱਕ ਪੇਅਰ ਬਣ ਗਿਆ ਬੇਟਾ, ਹੈ ਨਾ। ਫਿਰ ਅਗਰ ਵਿਟ ਕੁਇਟ ਦੂਸਰਾ ਪੇਅਰ ਬਣ ਗਿਆ। ਅਬਾਊਟ ਆਊਟ, ਹਾਈ ਸ਼ਾਈ, ਟਰਨਸ ਲਰਨਸ, ਸਲੋ ਬਲੋ, ਦੈਨ ਮੈਨ, ਅਪ ਕੱਪ। ਸੋ ਇਹ ਹੋ ਗਏ ਰਾਈਮਿੰਗ ਵਰਡਸ। ਵੀਡੀਓ ਨੂੰ ਇੱਥੇ ਪੌਜ਼ ਕਰ ਲਓ ਅਤੇ ਇਹਨੂੰ ਕਰ ਲਓ ਬੇਟਾ ਨੋਟ ਡਾਊਨ। ਫਿਰ ਆਪਾਂ ਚੱਲਦੇ ਹਾਂ ਅੱਗੇ। ਐਕਟੀਵਿਟੀ ਨੰਬਰ 3, ਲਰਨਿੰਗ ਟੂ ਰੀਡ ਐਂਡ ਕੰਪਰੀਹੈਂਡ। ਓਕੇ। ਫਿਰ ਇਹਦੇ ਵਿੱਚ ਕੀ ਨੇ? ਕੁਐਸ਼ਨ ਆਨਸਰਸ ਨੇ ਐਕਟੀਵਿਟੀ 3 ਦੇ ਵਿੱਚ। ਚਲੋ ਫਿਰ ਹੁਣ ਆਪਾਂ ਕੁਐਸ਼ਨ ਆਨਸਰਸ ਕਰ ਲੈਂਦੇ ਹਾਂ ਇਸ ਲੈਸਨ ਦੇ। ਫਸਟ ਕੁਐਸ਼ਨ ਆ ਵਾਟ ਇਜ਼ ਦਾ ਪੋਇਮ ਅਬਾਊਟ। ਮਤਲਬ ਪੋਇਮ ਕਾਹਦੇ ਬਾਰੇ ਵਿੱਚ ਹੈ? ਕਾਹਦੇ ਬਾਰੇ ਵਿੱਚ ਹੈ? ਦਾ ਪੋਇਮ ਇਜ਼ ਅਬਾਊਟ ਡਿਟਰਮੀਨੇਸ਼ਨ ਐਂਡ ਵਿਲ ਪਾਵਰ। ਕਿ ਇਹਦੇ ਬਾਰੇ ਆ ਪੋਇਮ ਵੀ ਦ੍ਰਿੜ ਇਰਾਦੇ ਅਤੇ ਤੁਹਾਡੀ ਜਿਹੜੀ ਅੰਦਰੂਨੀ ਸ਼ਕਤੀ ਆ ਉਹਦੇ 'ਤੇ ਤੁਸੀਂ ਕਿਸੇ ਵੀ ਹਾਲਾਤ ਦੇ ਵਿੱਚ ਵੀ ਗਿਵ ਅਪ ਨਾ ਕਰੋ। ਵਨ ਸ਼ੁੱਡ ਨੈਵਰ ਕੁਇਟ,
ਕਿਸੇ ਵੀ ਇਨਸਾਨ ਨੂੰ ਕਦੇ ਵੀ ਕੁਇਟ ਨਹੀਂ ਕਰਨਾ ਚਾਹੀਦਾ, ਵਿਚਕਾਰ ਕੋਈ ਕੰਮ ਨਹੀਂ ਛੱਡਣਾ ਚਾਹੀਦਾ। ਸੈਕਿੰਡ ਕੁਐਸਚਨ ਆ, ਵਾਟ ਇਜ਼ ਹਾਰਡ ਅਬਾਊਟ ਗੋਇੰਗ ਅਪ ਹਿਲ। ਜਦੋਂ ਤੁਸੀਂ ਉੱਪਰ ਪਹਾੜੀ 'ਤੇ ਚੜ੍ਹਦੇ ਜਾਂਦੇ ਹੋ ਉਹਦੇ 'ਚ ਸਾਰਿਆਂ ਨਾਲੋਂ ਔਖਾ ਚੀਜ਼ ਕੀ ਹੈ? ਵੈਨ ਵੀ, ਆਨਸਰ ਲਿਖੋ ਹੁਣ ਬੇਟਾ, ਵੈਨ ਵੀ ਗੋ ਅਪ ਹਿਲ, ਜਦੋਂ ਅਸੀਂ ਉੱਪਰ ਨੂੰ ਜਾਂਦੇ ਹਾਂ, ਵੀ ਮੇ ਟਰਸ, ਅਤੇ ਫਿਰ ਅਸੀਂ ਕੀ ਕਰਦੇ ਹਾਂ? ਥਕਾਵਟ ਕਾਰਨ ਹੌਲੀ ਚੱਲਣ ਲੱਗ ਜਾਂਦੇ ਹਾਂ। ਇਟ ਮੀਨਸ ਦੈਟ ਵੀ ਮੇ ਵਾਕ ਸਲੋਲੀ ਬਿਕਾਊਜ਼ ਆਫ ਐਗਜ਼ੌਸ਼ਨ ਐਂਡ ਹਾਰਸ਼ ਕੰਡੀਸ਼ਨਸ। ਅਸੀਂ ਹੌਲੀ ਹੌਲੀ ਚੱਲਣਾ, ਜਦੋਂ ਅਸੀਂ ਉਲਟ ਦਿਸ਼ਾ 'ਚ ਨੂੰ ਚੱਲਦੇ ਹਾਂ ਪੁੱਤ ਜ਼ੋਰ ਜ਼ਿਆਦਾ ਲੱਗਦਾ, ਫਿਰ ਅਸੀਂ ਸਲੋ ਹੋ ਜਾਂਦੇ ਹਾਂ, ਸਾਡੀ ਪੇਸ ਆ ਜਿਹੜੀ ਸਪੀਡ ਆ ਸਲੋ ਹੋ ਜਾਂਦੀ ਆ, ਅਤੇ ਸਾਨੂੰ ਥਕਾਵਟ ਹੁੰਦੀ ਆ, ਜਿਹੜੀ ਕੰਡੀਸ਼ਨਸ ਹਾਰਡ ਹੁੰਦੀਆਂ ਨੇ ਉਹਨਾਂ ਕਾਰਨ ਅਸੀਂ ਹੋਰ ਸਲੋ ਹੋ ਜਾਂਦੇ ਹਾਂ, ਹੈ ਨਾ। ਸੋ ਇਹਦਾ ਆਨਸਰ ਲਿਖ ਲਓ। ਕੁਐਸਚਨ ਨੰਬਰ 3, ਵਾਟ ਇਜ਼ ਮੈਂਟ ਬਾਏ ਫੰਡਸ ਆਰ ਲੋ। ਕਹਿੰਦੇ ਇਹਦੇ ਵਿੱਚ ਇੱਕ ਲਾਈਨ ਦਿੱਤੀ ਵੀ ਆ, ਫੰਡਸ ਆਰ ਲੋ, ਇਹਦਾ ਮੀਨਿੰਗ ਕੀ ਹੈ? ਸੋ ਫਿਰ ਇਹਦਾ ਮੀਨਿੰਗ ਇੱਥੇ ਲੋ ਇਨਕਮ ਤੋਂ ਲਿਆ ਗਿਆ, ਲੈਸ ਇਨਕਮ ਤੋਂ। ਸੋ ਆਪਾਂ ਆਨਸਰ ਲਿਖਾਂਗੇ ਬੇਟਾ, ਇਟ ਸਟੈਂਡਸ ਫॉर ਲੈਸ ਇਨਕਮ ਐਂਡ ਲੈਕ ਆਫ ਫਾਈਨੈਂਸ। ਤੁਸੀਂ ਲੈਸ ਇਨਕਮ ਤੱਕ ਵੀ ਲਿਖੋਗੇ ਤਦ ਵੀ ਆਨਸਰ ਕਰੈਕਟ ਹੈ ਬੇਟਾ। ਇਟ ਸਟੈਂਡਸ ਫॉर ਲੈਸ ਇਨਕਮ। ਓਕੇ। ਕੁਐਸਚਨ ਨੰਬਰ 4, ਵਾਟ ਡਜ਼ ਦਾ ਪੋਇਟ ਮੀਨ ਬਾਏ ਟਵਿਸਟਸ ਐਂਡ ਟਰਨਸ। ਪੋਇਟ ਦਾ ਟਵਿਸਟ ਐਂਡ ਟਰਨਸ ਤੋਂ ਕੀ ਮਤਲਬ ਆ? ਉਤਰਾ ਚੜ੍ਹਾ ਤੋਂ, ਹੈ ਨਾ, ਜਿਹਦਾ ਮਤਲਬ ਧੁੱਪ ਛਾਂ ਵੀ ਕਹਿ ਸਕਦੇ ਉਹਨੂੰ। ਆਨਸਰ ਕੀ ਹੈ? ਦਾ ਟਵਿਸਟਸ ਐਂਡ ਟਰਨਸ ਆਰ ਦਾ ਚੇਂਜਸ ਇਨ ਦਾ ਕੋਰਸ ਆਫ ਲਾਈਫ। ਜ਼ਿੰਦਗੀ ਦੇ ਰਸਤੇ ਦੇ ਵਿੱਚ ਜਾਂ ਜ਼ਿੰਦਗੀ ਦੇ ਵਿੱਚ ਜਿਹੜੇ ਉਤਰਾ ਚੜ੍ਹਾਅ ਆਉਂਦੇ ਨੇ, ਚੇਂਜਸ ਆਉਂਦੇ ਨੇ, ਮਤਲਬ ਕਿ ਉਹਨਾਂ ਨੂੰ ਉਹਨੇ ਟਵਿਸਟ ਐਂਡ ਟਰਨਸ ਕਿਹਾ ਪੋਇਟ ਨੇ, ਹੈ ਨਾ। ਚੇਂਜਸ ਆਉਂਦੇ ਆ, ਕਦੇ ਕਿੱਦਾਂ ਦੀ ਹੋ ਗਈ ਲਾਈਫ, ਕਦੇ ਕਿੱਦਾਂ ਦੀ ਹੋ ਗਈ ਹੈ, ਕਦੇ ਦੁੱਖ ਆ ਗਿਆ, ਕਦੇ ਸੁੱਖ ਆ ਗਿਆ। ਸੋ ਉਹਨਾਂ ਨੂੰ ਕੀ ਕਿਹਾ ਪੋਇਟ ਨੇ? ਟਵਿਸਟਸ ਐਂਡ ਟਰਨਸ। ਹੋ ਗਿਆ ਕੁਐਸਚਨ ਨੰਬਰ 4। ਕੁਐਸਚਨ ਨੰਬਰ 5 ਬੇਟਾ, ਡੂ ਯੂ ਥਿੰਕ ਸਡਨ ਟਵਿਸਟਸ ਐਂਡ ਟਰਨਸ ਕੈਨ ਬੀ ਬੈਨੀਫਿਸ਼ੀਅਲ ਟੂ ਅਸ। ਕਹਿੰਦੇ ਕੀ ਤੁਸੀਂ ਸੋਚਦੇ ਹੋ ਅਚਾਨਕ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਵ ਆ ਜਾਂਦਾ, ਉਤਰਾ ਚੜ੍ਹਾਅ ਆਉਂਦਾ, ਉਹ ਸਾਡੇ ਲਈ ਫਾਇਦੇਮੰਦ ਹੁੰਦਾ? ਦੇਖੋ ਹੁਣ ਇਹ ਤਾਂ ਡਿਪੈਂਡ ਕਰਦਾ ਕਿ ਉਹ ਚੇਂਜ ਕਿੱਦਾਂ ਦਾ ਆਇਆ, ਹੈ ਨਾ। ਅਗਰ ਚੰਗਾ ਚੇਂਜ ਆਇਆ ਤਾਂ ਨੈਚੁਰਲੀ ਸਾਡੇ ਲਈ ਬੈਨੀਫਿਸ਼ੀਅਲ ਹੋਊਗਾ। ਅਗਰ ਕੋਈ ਚੇਂਜ ਮਾੜਾ ਆਇਆ ਗਾ, ਹੋ ਸਕਦਾ ਉਹ ਸਾਡੇ ਲਈ ਮਾੜਾ ਹੋਵੇ, ਹੈ ਨਾ। ਸੋ ਇਹ ਤੁਹਾਡੀ ਥਿੰਕਿੰਗ 'ਤੇ ਆ। ਸੋ ਮੈਂ ਲਿਖਿਆ ਯੈਸ, ਥੀਸ ਕੈਨ ਬੀ ਬੈਨੀਫਿਸ਼ੀਅਲ ਟੂ ਅਸ ਇਫ ਵੀ ਡੋਂਟ ਕੁਇਟ। ਹਾਂ, ਇਹ ਸਾਡੇ ਲਈ ਫਾਇਦੇਮੰਦ ਹੁੰਦੇ ਨੇ ਜੇ ਅਸੀਂ ਨਾ ਛੱਡੀਏ। ਭਾਵ ਕੋਈ ਚੇਂਜ ਆ ਗਿਆ, ਸਾਨੂੰ ਕਠਿਨਾਈ ਆ ਗਈ ਤੁਰੇ ਜਾਂਦਿਆਂ ਨੂੰ ਰਸਤੇ ਦੇ ਵਿੱਚ, ਅਗਰ ਅਸੀਂ ਕੁਇਟ ਕਰਤਾ ਤਾਂ ਗੱਲ ਹੀ ਖਤਮ। ਅਗਰ ਅਸੀਂ ਕੁਇਟ ਨਾ ਕੀਤਾ, ਅਸੀਂ ਚੱਲਦੇ ਰਹੇ, ਜਿਹੜਾ ਚੇਂਜ ਆ ਸਾਡੇ ਲਈ ਫਾਇਦੇਮੰਦ ਸਾਬਤ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ। ਸੋ ਇਹ ਸੀਗੇ ਤੁਹਾਡੇ ਬੇਟਾ ਕੁਐਸਚਨ ਆਨਸਰਸ। ਹੁਣ ਲੱਗੋ ਅਗਲਾ 6ਵਾਂ ਕੁਐਸਚਨ ਲਿਖੋ। ਹਾਂਜੀ, ਵਾਈ ਡਜ਼ ਦਾ ਪੋਇਟ ਸੇ ਯੂ ਹੈਵ ਟੂ ਸਾਈ। ਓਕੇ, ਸ਼ਾਈ ਹਾਈ ਆਪਾਂ ਉੱਥੇ ਕੀਤਾ ਨਾ। ਕੀ ਮਤਲਬ ਆ ਇਹਦਾ? ਪੋਇਟ ਨੇ ਕਿਉਂ ਕਿਹਾ ਇਹ, ਕਿਉਂ ਕਿਹਾ, ਕੀ ਲਿਖਾਂਗੇ ਮੀਨਿੰਗ? ਦਾ ਪੋਇਟ ਸੇਜ਼ ਸੋ ਬਿਕਾਊਜ਼ ਦਾ ਮੈਨ ਵਾਂਟਸ ਟੂ ਸਮਾਈਲ ਬਟ ਦਾ ਆਬਸਟੈਕਲਸ ਡਿਨਾਈ ਹਿਮ ਹੈਪੀਨੈਸ। ਕਵੀ ਇਹ ਕਹਿਣਾ ਚਾਹ ਰਿਹਾ, ਕਵੀ ਦਾ ਇਹ ਮਤਲਬ ਆ ਕਿ ਜਿਹੜਾ ਬੰਦਾ ਗਾ ਉਹ ਤਾਂ ਮੁਸਕਰਾਉਣਾ ਚਾਹੁੰਦਾ, ਸਮਾਈਲ ਕਰਨਾ ਚਾਹੁੰਦਾ, ਪਰ ਜਿਹੜੀਆਂ ਮੁਸੀਬਤਾਂ ਜਾਂ ਮੁਸ਼ਕਲਾਂ ਆਉਂਦੀਆਂ ਨੇ ਉਹਦੇ ਰਸਤੇ ਦੇ ਵਿੱਚ, ਉਹਦੀ ਹੈਪੀਨੈਸ ਨੂੰ ਇਨਕਾਰ ਕਰ ਦਿੰਦੀਆਂ ਨੇ ਜਾਂ ਖੋਹ ਲੈਂਦੀਆਂ ਨੇ। ਇਹਦਾ ਮਤਲਬ ਇਹ ਹੈ। ਓਕੇ ਓਕੇ, ਨੈਕਸਟ ਕੁਐਸਚਨ ਆ, ਵਾਟ ਡਜ਼ ਐਨ ਅਦਰ ਬਲੋ ਮੀਨ। ਹੁਣ ਅਦਰ ਬਲੋ ਤੋਂ ਕੀ ਭਾਵ ਆ? ਬਲੋ ਆਪਾਂ ਪੜ੍ਹਿਆ ਧੱਕਾ, ਅਦਰ ਐਨ ਅਦਰ ਇੱਕ ਹੋਰ ਧੱਕੇ ਤੋਂ ਕੀ ਮਤਲਬ ਆ? ਆਨਸਰ ਕੀ ਲਿਖਾਂਗੇ ਬੇਟਾ ਅਸੀਂ ਇਹਦਾ? ਐਨ ਅਦਰ ਬਲੋ ਇਜ਼ ਐਨ ਅਦਰ ਅਟੈਂਪਟ। ਅਦਰ ਬਲੋ ਦਾ ਮਤਲਬ ਇੱਕ ਹੋਰ ਕੋਸ਼ਿਸ਼। ਬੀ may succeed with an other blow when there is remote possibility of success। ਹੋ ਸਕਦਾ ਕਹਿੰਦੇ ਅਸੀਂ ਇੱਕ ਹੋਰ ਕੋਸ਼ਿਸ਼ ਦੇ ਨਾਲ ਕਾਮਯਾਬ ਹੋ ਜਾਈਏ ਜਦੋਂ ਕਿ ਸਕਸੈਸ ਦੀਆਂ ਜਿਹੜੀਆਂ ਪੋਸੀਬਿਲਿਟੀਜ਼ ਘੱਟ ਹੋਣ। ਇਹਦੀ ਤੁਸੀਂ ਇੰਨਾ ਲਾਈਨ ਵੀ ਆਨਸਰ ਲਿਖੋਗੇ, ਅਟੈਂਪਟ ਤੱਕ ਬੇਟਾ ਸਹੀ ਆ, ਠੀਕ ਆ। ਅਗਰ ਤੁਹਾਨੂੰ ਯਾਦ ਕਰਨਾ ਲਾਸਟ ਲਾਈਨ ਔਖੀ ਲੱਗੇ ਤਾਂ ਤੁਸੀਂ ਲਿਖ ਲਓ ਐਨ ਅਦਰ ਬਲੋ ਇਜ਼ ਐਨ ਅਦਰ ਅਟੈਂਪਟ, ਠੀਕ ਹੈ, ਇਨਫ ਆ। ਓਕੇ, ਕੁਐਸਚਨ ਨੰਬਰ 8, how long do you try to do something before you turn to do something else। ਹੁਣ ਇਹਦਾ ਕੀ ਮਤਲਬ ਆ ਵੀ? how long do you try, ਤੁਸੀਂ ਕਿੰਨਾ ਕੁ ਟਰਾਈ ਕਰੋਗੇ, something before you turn to do something else। ਸੋ ਇਹਦਾ ਕੀ ਆਨਸਰ ਲਿਖੋਗੇ ਤੁਸੀਂ? I kept on to do until I succeed। ਮੈਂ ਓਨੀ ਦੇਰ
ਜਿਹੜਾ ਕੋਈ ਵੀ ਕੰਮ ਕਰਦਾ ਰਹਾਂਗਾ ਜਿੰਨੀ ਦੇਰ ਮੈਂ ਉਹਦੇ ਵਿੱਚ ਸਫਲ ਨਹੀਂ ਹੋ ਜਾਂਦਾ। ਇਹ ਮੇਰੀ ਹੈ ਨਾ ਡਿਟਰਮੀਨੇਸ਼ਨ ਆ। ਬਹੁਤੇ ਲੋਕ ਅਗਰ ਇੱਕ ਦੋ ਵਾਰ ਸਫਲ ਹੋ ਗਿਆ ਮੋਸਟਲੀ ਛੱਡ ਜਾਂਦੇ ਨੇ ਹੈ ਨਾ। ਇਹ ਪੋਇਮ ਦੇ ਵਿੱਚ ਸਾਨੂੰ ਇਹ ਗੱਲ ਸਮਝਾਈ ਗਈ ਹੈ ਵੀ ਹੋ ਸਕਦਾ ਉਸ ਟਾਈਮ ਤੁਸੀਂ ਬਹੁਤ ਉਹਦੇ ਨੇੜੇ ਹੋਵੋ ਜਿੱਤ ਦੇ, ਜਦੋਂ ਤੁਸੀਂ ਛੱਡਣ ਬਾਰੇ ਸੋਚਦੇ ਹੋ। ਸੋ ਤੁਹਾਡੇ 'ਚ ਇੰਨੀ ਡਿਟਰਮੀਨੇਸ਼ਨ ਹੋਣੀ ਚਾਹੀਦੀ ਹੈ ਕਿ ਜੋ ਚੀਜ਼ ਤੁਸੀਂ ਠਾਣ ਲਈ, ਜਿੰਨੀ ਦੇਰ ਤੱਕ ਤੁਸੀਂ ਉਹ ਅਚੀਵ ਨਹੀਂ ਕਰਦੇ, ਜਿੰਨੀ ਵਾਰ ਮਰਜ਼ੀ ਅਸਫਲ ਹੋਈ ਜਾਵਾਂ, ਤੁਸੀਂ ਉਹ ਰਾਹ ਨਹੀਂ ਛੱਡਣੀ। ਸੋ ਇਹਦਾ ਆਨਸਰ ਆ ਆਈ ਕੀਪ ਔਨ ਟੂ ਡੂ ਅੰਟਿਲ ਆਈ ਸਕਸੀਡਡ। ਠੀਕ ਹੈ ਬੇਟਾ, ਸੋ ਇਹ ਆਨਸਰ ਨੋਟ ਕਰ ਲਿਆ। ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਤੁਸੀਂ ਵੀ ਲਾਈਫ 'ਚ ਜਿੰਨੀ ਮਰਜ਼ੀ ਹਾਰਡ ਸਿਚੁਏਸ਼ਨਸ ਆਉਣ, ਵਰਸ ਟੂ ਵਰਸ ਕੰਡੀਸ਼ਨਸ ਹੋ ਜਾਣ, ਨੈਵਰ ਗਿਵ ਅਪ ਬੇਟਾ। ਫਾਈਟ ਕਰਨਾ ਜ਼ਿੰਦਗੀ ਦੇ ਨਾਲ, ਇਹੀ ਜ਼ਿੰਦਗੀ ਆ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਟਿਲ ਦੈਨ ਟੇਕ ਕੇਅਰ, ਬਾਏ ਬਾਏ।